निमख निमख तुम ही प्रतिपालो, हम बारक तुमरे धारे। धन वाहिगुरु साहिब जीओ। श्लोक महला पंजवा। उठंदियां बहंदियां सवंदियां सुख सोए, नानक नाम सलाहिया, मन तन शीतल होए। महला पंजवा। लालच अटिया नित फिरै, स्वार्थ करे न कोय। जिस गुर भेटै नानका, तिस मन बसिया सोए। पौड़ी। सभे वस्तु कौड़ियाँ, सच्चे नाओ मिठा। साध आया तिन हर जना, चख साधी डिठा। पार ब्रह्म जिस लिखिया, मन तिसै बुठा। एक नरंजन राव रहया, भाओ दुआ कुठा। हर नानक मंगै जोड़ कर, प्रभ देवै तुठा। हर नानक मंगै जोड़ कर, प्रभ देवै तुठा। परम सन्मानयोग जुगो जुग अटल सबर तख्त दे मालक साहिब सतगुरु धन धन श्री गुरु ग्रंथ साहिब जी महाराज शब्द गुरु, धन धन गुरु तेग बहादुर साहब महाराज, तिन्हां दे दरबार विच रोजाना ही आपां हाज़री भरदे हाँ। लड़ीवार कथा विचार दे नाल जुड़दे हाँ। लड़ीवार चल रही कथा विचार गौड़ी की बार महला पंजवा। गुरु ग्रंथ साहिब दा पावन पवित्र अंक 321। आओ गुरु प्यारिओ गुरु सवारिओ, विचारां दी आरंभता करन तो पहला जिन्नी भी संगत गुरु के दरबार अंदर सज के जुड़ के बैठी है, सारी संगत इक्को वार कहण ते गज के आखो वाहिगुरू जी का खालसा वाहिगुरू जी की फतेह। शहीदां दे सरताज पंजवें गुरु पंजवें नानक धन धन गुरु अर्जन साहब महाराज, तिन्हां दी रसना तो उचारण किया श्लोक। श्लोक महला पंजवा। उठंदियां बहंदियां सवंदियां सुख सोए। पातशाह जी कह रहे हैं, नानक नाम सलाहिया, मन तन शीतल होए। पातशाह जी इस पावन पवित्र बचन अंदर कह रहे ने, हे नानक, जे प्रभु दे नाम दी वडियाई करते रहिए तो मन ते शरीर ठंडे ठार रहिंदे हन। ये सुख एक सार उठंदियां बहिंदियां सुत्तियां हर वेले बनिया रहिंदा है। इत्थे महाराज ने सब तो वड्डी गल सुख दी कीती है जी। सुख तुसी बाणी दी व्याख्या पढ़ोगे, बाणी नूं विचारोगे, बाणी दे अंदर सब तो वध जे महाराज ने सुख की गल की ना, सब तो पहला
ਮਾਨਸਿਕ ਸੁੱਖ ਦੀ ਗੱਲ ਕੀਤੀ ਹੈ, ਜਿਹਨੂੰ ਕਿਹਾ ਮਨ ਦਾ ਚੈਨ। ਸਾਡੇ ਗੁਰੂ ਕੋਲ ਸਰੀਰਕ ਸੁੱਖ ਬਹੁਤ ਸੀ। ਬਾਬੇ ਨਾਨਕ ਦੀ ਗੱਲ ਕਰ ਲਓ, ਘਰ ਪਰਿਵਾਰ ਦੀ ਗੱਲ ਕਰ ਲਓ, ਬਹੁਤ ਕੁਝ ਸੀ ਉਹਨਾਂ ਕੋਲ। ਸਰੀਰਕ ਤੌਰ ਤੇ ਬੜਾ ਕੁਝ ਹੈ, ਬੜਾ ਕੁਝ ਹੰਢਾ ਸਕਦੇ ਸੀ ਉਹ, ਬੜਾ ਕੁਝ ਕਰ ਸਕਦੇ ਸੀ। ਪਰ ਮਹਾਰਾਜ ਨੇ ਦੁਨੀਆ ਦਾ ਸਰਬੱਤ ਦਾ ਭਲਾ ਕਰਨ ਵਾਸਤੇ ਸਰੀਰ ਦਾ ਸੁੱਖ ਆਰਾਮ ਤਿਆਗਿਆ ਹੈ। ਇਹ ਬਹੁਤ ਵੱਡੀ ਭਗਤੀ ਹੈ ਜੀ। ਮੈਂ ਬਹੁਤ ਵਾਰ ਗੱਲ ਕਰਦਾ ਹੁੰਦਾ ਸੀ, ਬਾਬੇ ਨਾਨਕ ਦੀ ਬੰਦਗੀ ਬਾਰੇ, ਬਾਬੇ ਨਾਨਕ ਦੀ ਭਗਤੀ ਬਾਰੇ ਸਮਝ ਨਹੀਂ ਸਕੇ। ਅਸੀਂ ਸਾਡੇ ਸਤਿਗੁਰੂ ਸਾਹਿਬਾਨਾਂ ਨੂੰ, ਸਾਡੇ ਗੁਰੂਆਂ ਨੂੰ ਕੱਚੀਆਂ ਪਿੱਲੀਆਂ ਕਹਾਣੀਆਂ ਜੋੜ ਕੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਖੜਾ ਕਰ ਦਿੱਤਾ। ਮੈਂ ਜਿਹੜੀ ਅਸਲ ਗੱਲ ਕਰਦਾ ਹੁੰਦਾ, ਜਿਹੜੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਰਿਵਾਰਕ ਤੌਰ ਤੇ ਗੱਲ ਕਰ ਲਓ, ਆਰਥਿਕ ਤੌਰ ਤੇ ਗੱਲ ਕਰ ਲਓ, ਨੌਕਰੀ ਵੀ ਕਰਦੇ ਰਹੇ ਨੇ। ਮਹਾਰਾਜ ਨੇ ਸਾਰੀਆਂ ਸਹੂਲਤਾਂ ਤਿਆਗੀਆਂ ਨੇ। ਸਰੀਰਕ ਸੁੱਖ ਤਿਆਗਣਾ, ਸਭ ਕੁਝ ਹੁੰਦਿਆਂ ਸੁਣਦਿਆਂ ਲੋਕ ਭਲਾਈ ਦੇ ਕਾਰਜ ਕਰਨੇ, ਲੋਕਾਂ ਲਈ ਸੋਚਣਾ, ਲੋਕਾਂ ਲਈ ਖੜਨਾ, ਇਹ ਬਾਬੇ ਨਾਨਕ ਦੀ ਥਿਊਰੀ ਹੈ। ਇਹ ਬਾਬਾ ਨਾਨਕ ਆਪਾਂ ਨੂੰ ਕਹਿ ਰਿਹਾ ਹੈ। ਇੱਥੇ ਮਹਾਰਾਜ ਨੇ ਇੱਕ ਬੜੀ ਪਿਆਰੀ ਬਾਤ ਕਹੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ ਸੁੱਖ ਹੋ ਸੋਏ। ਮਹਾਰਾਜ ਕਹਿੰਦੇ ਹਰ ਵੇਲੇ ਸੁੱਖ ਬਣਿਆ ਰਹਿੰਦਾ ਹੈ। ਕਿਵੇਂ? ਨਾਨਕ ਨਾਮ ਸਲਾਹਿਐ ਮਨ ਤਨ ਸ਼ੀਤਲ ਹੋਏ। ਜੇ ਮੇਰਾ ਮਨ ਉਸ ਮਾਲਕ ਦੇ ਨਾਮ ਅੰਦਰ ਜੁੜ ਜਾਵੇ, ਉਸ ਰੱਬੀ ਵਿਚਾਰ ਅੰਦਰ ਜੁੜ ਜਾਵੇ, ਜਦੋਂ ਮੇਰੇ ਮਨ ਨੇ ਉਸ ਰੱਬੀ ਨਿਯਮ ਨੂੰ ਫੜ ਲਿਆ ਨਾ, ਪੜ੍ਹ ਲਿਆ, ਵਿਚਾਰ ਲਿਆ, ਜ਼ਿੰਦਗੀ ਦਾ ਆਧਾਰ ਬਣਾ ਲਿਆ, ਜ਼ਿੰਦਗੀ ਵਿੱਚ ਕਿਸੇ ਵੀ ਗੱਲ ਦਾ ਤੋਟਾ ਨਹੀਂ ਆਵੇਗਾ, ਜ਼ਿੰਦਗੀ ਵਿੱਚ ਕਿਸੇ ਵੀ ਗੱਲ ਦਾ ਘਾਟਾ ਨਹੀਂ ਆਵੇਗਾ। ਗੁਰੂ ਸਾਹਿਬ ਜੀ ਇਹ ਇੱਥੇ ਵਾਰ-ਵਾਰ ਵਿਚਾਰ ਸਾਡੇ ਸਨਮੁਖ ਰੱਖ ਰਹੇ ਨੇ। ਭਾਈ, ਜ਼ਿੰਦਗੀ ਵਿੱਚ ਸੁੱਖ ਮਿਲ ਸਕਦਾ, ਆਰਾਮ ਮਿਲ ਸਕਦਾ, ਟਿਕਾ ਮਿਲ ਸਕਦਾ, ਜੇ ਜ਼ਿੰਦਗੀ ਸ਼ਬਦ ਨਾਲ ਜੁੜ ਜਾਵੇ, ਸਾਡਾ ਮਨ ਗੁਰੂ ਦੀ ਵਿਚਾਰ ਨਾਲ ਜੁੜ ਜਾਵੇ। ਮੈਂ ਗੱਲ ਕਰਦਾ ਸੀ ਬਾਹਰੀ ਤੌਰ ਤੇ ਸੁੱਖਾਂ ਦੀ। ਬਾਹਰੀ ਤੌਰ ਤੇ ਕਈ ਬੰਦੇ ਬਹੁਤ ਅਮੀਰ ਹੁੰਦੇ ਨੇ ਜੀ, ਵੱਡੀਆਂ ਕੋਠੀਆਂ ਵਿੱਚ ਰਹਿਣ ਵਾਲੇ, ਵੱਡੀਆਂ ਕਾਰਾਂ ਵਿੱਚ ਰਹਿਣ ਵਾਲੇ। ਬਾਹਰੀ ਤੌਰ ਤੇ ਆਪਾਂ ਨੂੰ ਇਸ ਤਰ੍ਹਾਂ ਦੇ ਬੰਦੇ ਬਹੁਤ ਅਣਗਿਣਤ ਮਿਲ ਜਾਂਦੇ ਨੇ, ਪਰ ਬਾਹਰੀ ਤੌਰ ਤੇ, ਸਰੀਰਕ ਤੌਰ ਤੇ ਬਹੁਤ ਸੁੱਖ ਹੈ। ਮਨ ਹਾਲੇ ਵੀ ਦੁਖੀ ਹੈ। ਵੱਡੀ ਕਾਰ ਵਿੱਚ ਬਹਿ ਕੇ, ਵੱਡੀ ਕੋਠੀ ਵਿੱਚ ਰਹਿੰਦਾ ਹੋਇਆ ਮਨ ਸੁਖੀ ਨਹੀਂ ਹੈ, ਮਨ ਦੁਖੀ ਹੈ। ਕਿਉਂਕਿ ਮਨ ਬੇਚੈਨ ਰਹਿੰਦਾ, ਮਨ ਟਿਕਾ ਵਿੱਚ ਹਲੇ ਤੱਕ ਆਇਆ ਨਹੀਂ। ਗੁਰਬਾਣੀ ਨੇ ਸਭ ਤੋਂ ਨਿਰੋਲ ਵੱਖਰੀ ਗੱਲ ਪਹਿਲਾਂ ਮਹਾਰਾਜ ਕਹਿੰਦੇ, ਭਾਈ ਪਹਿਲਾਂ ਮਨ ਕਰਕੇ ਸੁਖੀ ਹੋ ਜਾ। ਜਦੋਂ ਮਨ ਸੁਖੀ ਹੁੰਦਾ ਨਾ ਜੀ, ਬੰਦਾ ਕੁੱਲੀਆਂ ਵਿੱਚ ਵੀ ਸੌ ਜਾਂਦਾ ਹੈ। ਜਦੋਂ ਮਨ ਟਿਕਾ ਦੇ ਵਿੱਚ ਹੋਵੇ, ਵਿਸ਼ਰਾਮ ਦੇ ਵਿੱਚ ਹੋਵੇ, ਫਿਰ ਅਸੀਂ ਕਿਸੇ ਦੂਜੇ ਵੱਲ ਵੇਖ ਕੇ ਸਾੜਾ ਨਹੀਂ ਕਰਦੇ, ਕਿਸੇ ਦੂਜੇ ਵੱਲ ਵੇਖ ਕੇ ਆਪਣੇ ਆਪ ਨੂੰ ਢਹਿੰਦੀ ਕਲਾ ਵਿੱਚ ਲੈ ਕੇ ਨਹੀਂ ਜਾਂਦੇ। ਕਈ ਐਸੇ ਲੋਕ ਹੁੰਦੇ ਨੇ, ਦੂਜੇ ਵੱਲ ਵੇਖ ਵੇਖ ਕੇ ਆਪ ਢਹਿੰਦੀ ਕਲਾ ਵਿੱਚ ਹੋ ਜਾਂਦੇ ਨੇ। ਵੇਖੋ ਜੀ, ਫਲਾਣੇ ਨੇ ਆਹ ਬਣਾ ਲਿਆ, ਫਲਾਣੇ ਨੇ ਆਹ ਬਣਾ ਲਿਆ, ਮੈਂ ਇੱਥੇ ਖੜਿਆ। ਮਹਾਰਾਜ ਕਹਿੰਦੇ ਮਿਹਨਤ ਕਰ, ਅੱਗੇ ਵੱਧ, ਸੁੱਖ ਤੂੰ ਪ੍ਰਾਪਤ ਕਰ ਲੈ। ਜਦੋਂ ਮਨ ਸੁੱਖ ਦੇ ਵਿੱਚ ਆ ਗਿਆ, ਮਨ ਵਿਸ਼ਰਾਮ ਦੇ ਵਿੱਚ ਆ ਗਿਆ, ਮਨ ਟਿਕਾ ਦੇ ਵਿੱਚ ਆ ਗਿਆ, ਬੰਦਾ ਕੁੱਲੀ ਵਿੱਚ ਵੀ ਆਨੰਦ ਮਾਣਦਾ ਹੈ। ਜੇ ਮਨ ਟਿਕਾ ਵਿੱਚ ਨਹੀਂ ਹੈ, ਭਾਵੇਂ ਤੁਸੀਂ ਕਿੱਡੇ ਕਿੱਡੇ ਮਰਜ਼ੀ ਮਹਿਲ ਉਸਾਰ ਲਓ, ਕੋਠੀਆਂ ਬੰਗਲੇ ਅਪਣਾ ਲਓ, ਪਰ ਮਹਾਰਾਜ ਕਹਿੰਦੇ ਮਨ ਫਿਰ ਵੀ ਬੇਚੈਨ ਹੈ। ਫਰੀਦ ਸਾਹਿਬ ਨੇ ਬਾਣੀ ਵਿੱਚ ਬੜੀ ਪਿਆਰੀ ਬਾਤ ਕਹੀ। ਫਰੀਦ ਸਾਹਿਬ ਜੀ ਵੀ ਆਪਣੇ ਸ਼ਲੋਕਾਂ ਅੰਦਰ ਬੜੀ ਕਮਾਲ ਦੀ ਗੱਲ ਕਰਦੇ ਨੇ। ਹੇ ਮੇਰੇ ਸਾਹਿਬ ਜੀ, ਪਰਮਾਤਮਾ ਜੀ, ਸਾਡਾ ਲੋਕਾਂ ਦਾ ਜਿਉਣਾ ਪਤਾ ਕਿਹੋ ਜਿਹਾ ਹੈ? ਕਿਉਂਕਿ ਇੱਕ ਤਾਂ ਤੇਰੇ ਨਾਮ ਨਾਲੋਂ, ਤੇਰੀ ਵਿਚਾਰ ਨਾਲੋਂ ਵਿਛੋੜਾ ਪੈ ਗਿਆ, ਇਸ ਕਰਕੇ ਮੇਰਾ ਜਿਉਣਾ ਨਾ ਜਿਹੜਾ ਧਰਕਾਰਯੋਗ ਹੋ ਗਿਆ। ਸਾਹਿਬ ਜੀ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਚਿੰਤ ਖਟੋਲਾ ਬਾਣ ਦੁੱਖ, ਇਹ ਜ਼ਿੰਦਗੀ ਅੰਦਰ ਆ ਗਏ ਨੇ। ਚਿੰਤਾ ਜ਼ਿੰਦਗੀ ਵਿੱਚ ਆ ਗਈ ਆ। ਚਿੰਤ ਖਟੋਲਾ ਬਾਣ ਦੁੱਖ, ਮੇਰਾ ਵਿਛਾਵਣ ਲੇਫ। ਵਿਛੋੜਾ ਪਿਆ ਰਹਿੰਦਾ ਕਿਹਦੇ ਨਾਲੋਂ? ਰੱਬ ਜੀ, ਤੇਰੇ ਨਾਲੋਂ ਵਿਛੋੜਾ ਪਿਆ ਰਹਿੰਦਾ। ਚਿੰਤਾ ਖੜੀ ਹੋ ਗਈ ਹੈ, ਬੜੇ ਬੜੇ ਦੁੱਖ ਖੜੇ ਹੋ ਗਏ ਨੇ। ਹਾਂ, ਸਰੀਰਕ ਤੌਰ ਤੇ ਸਭ ਕੁਝ ਹੈ, ਸਭ ਕੁਝ ਹੈ, ਪਰ ਮਨ ਬੇਚੈਨ ਆ, ਮਨ ਟਿਕਾ ਦੇ ਵਿੱਚ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ
ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ ਭਾਈ। ਸਦੀਵੀ ਸੁਖ ਚਾਹੁੰਦਾ ਨਾ, ਜੇ ਸਦਾ ਵਾਸਤੇ ਸੁਖੀ ਹੋਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲੈ। ਛੱਡ ਦੇ ਸਰੀਰਾਂ ਦਾ ਖਹਿੜਾ, ਛੱਡ ਦੇ ਮੜੀਆਂ ਕਬਰਾਂ ਦਾ ਖਹਿੜਾ, ਛੱਡ ਦੇ ਦੇਹਧਾਰੀਆਂ ਦਾ ਖਹਿੜਾ, ਜੇ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ। ਸ਼ਬਦ ਨਾਲ ਜੁੜ ਜਾ, ਗੁਰਬਾਣੀ ਨਾਲ ਜੁੜ ਜਾ, ਆਪਣੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਲੈ। ਗੁਰੂ ਗ੍ਰੰਥ ਸਾਹਿਬ ਨੇ ਤੇਰੀ ਝੋਲੀ ਅੰਦਰ ਦੁਨੀਆ ਦੇ ਸਾਰੇ ਸੁੱਖ ਪਾ ਦੇਣੇ ਨੇ। ਪਿਆਰਿਓ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨਾਲ ਜੋੜਿਆ ਨਾ, ਉਹਨਾਂ ਨੂੰ ਕਿਸੇ ਚੀਜ਼ ਦਾ ਤੋਟਾ ਨਹੀਂ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਦੁਖੀ ਅਸੀਂ ਤਾਂ ਹੀ ਹੁੰਦੇ ਹਾਂ ਜਦੋਂ ਬੇਚੈਨ ਹੋ ਜਾਂਦੇ ਹਾਂ। ਮਨ ਗੁਰੂ ਨਾਲ ਟੁੱਟ ਜਾਂਦਾ, ਫਿਰ ਹੀ ਦੁਖੀ ਹੁੰਦੇ ਆ ਨਾ। ਮਨ ਗੁਰੂ ਨਾਲ ਜੋੜੀਏ, ਸਾਰੇ ਸੁੱਖ ਝੋਲੀ ਪਾ ਦੂ ਗੁਰੂ। ਮਹਾਰਾਜ ਕਹਿੰਦੇ ਉਠੰਦਿਆਂ ਬਹੰਦਿਆਂ ਸਬੰਦਿਆਂ, ਉੱਠਦਿਆਂ ਵੀ ਬਹਿੰਦਿਆਂ ਵੀ ਸੌਂਦਿਆਂ ਵੀ ਸੁਖ ਸੋਏ, ਨਾਨਕ ਨਾਮ ਸੁਲਾਹਿਐ ਮਨ ਤਨ ਸ਼ੀਤਲ ਹੋਏ। ਨਾਮ ਸੁਲਾ ਕੇ, ਨਾਮ ਨਾਲ ਚਿੱਤ ਜੋੜ ਕੇ ਮਨ ਅਤੇ ਤਨ ਸ਼ੀਤਲ ਹੋ ਜਾਂਦਾ, ਸੁਖੀ ਹੋ ਜਾਂਦਾ। ਅੱਗੇ ਮਹਾਰਾਜ ਕਹਿ ਰਹੇ ਨੇ, ਮਹੱਲਾ ਪੰਜਵਾ, ਲਾਲਚ ਅਟਿਆ ਨਿਤ ਫਿਰੈ, ਸਵਾਰਥ ਕਰੇ ਨਾ ਕੋਏ। ਜਿਸ ਗੁਰ ਭੇਟੈ ਨਾਨਕਾ, ਤਿਸ ਮਨ ਵਸਿਆ ਸੋਏ। ਲਾਲਚ ਨਾਲ, ਅਟਿਆ ਦਾ ਅਰਥ ਲਿਬੜਿਆ ਹੋਇਆ, ਲਾਲਚ ਵਿੱਚ ਲੱਗਿਆ ਹੋਇਆ। ਕੌਣ ਲੱਗਿਆ? ਮਨ ਲੱਗਿਆ ਨਾ। ਇੱਥੇ ਸ਼ਬਦ ਵਰਤਿਆ ਸਵਾਰਥ, ਆਪਣੇ ਅਸਲੀ ਭਲੇ ਦਾ ਕੰਮ। ਇੱਕ ਸਵਾਰਥ ਹੁੰਦਾ ਜੀ, ਆਪਣੇ ਪੇਟ ਖਾਤਰ ਬੰਦਾ ਬੜੇ ਸਵਾਰਥ ਕਰਦਾ, ਆਪਣਾ ਮਤਲਬ ਕੱਢ ਲੈਣਾ, ਇੱਕ ਉਹ ਸਵਾਰਥ ਹੀ ਹੁੰਦਾ ਹੈ। ਇੱਕ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ, ਆਪਣੀ ਜ਼ਿੰਦਗੀ ਵਿੱਚ ਭਲੇ ਕੰਮ ਕਰਨੇ, ਇਹ ਵੀ ਸਵਾਰਥ ਹੈ। ਚੰਗਾ ਸਵਾਰਥ ਵੀ ਹੁੰਦਾ, ਮਾੜਾ ਸਵਾਰਥ ਵੀ ਹੁੰਦਾ। ਇੱਕ ਤਾਂ ਹੁੰਦਾ ਕਿਸੇ ਲਈ ਚੰਗਾ ਸੋਚਣਾ, ਚੰਗਾ ਕਰਨਾ, ਇਹ ਚੰਗਾ ਸਵਾਰਥ ਹੈ। ਇੱਕ ਮਾੜਾ ਸਵਾਰਥ ਹੈ। ਮਾੜਾ ਸਵਾਰਥ ਆਪਣੇ ਪੇਟ ਤੱਕ ਸੀਮਤ ਰਹਿ ਜਾਂਦਾ, ਭਾਵੇਂ ਦੂਜੇ ਦਾ ਕੋਈ ਵਿਗੜੇ, ਭਾਵੇਂ ਸਬਰੇ, ਬਸ ਮੇਰਾ ਕੰਮ ਪੂਰਾ ਹੋ ਜਾਏ, ਮੇਰਾ ਕੰਮ ਸਿਰੇ ਲੱਗਣਾ ਚਾਹੀਦਾ। ਇਹਨੂੰ ਕਿਹਾ ਮਹਾਰਾਜ ਨੇ ਸਵਾਰਥੀ ਵਿਰਤੀ ਵਾਲਾ ਬੰਦਾ। ਇੱਕ ਹੁੰਦਾ ਉਹ ਸਵਾਰਥੀ ਜਿਹੜਾ ਹਰ ਵੇਲੇ ਮਨ ਨੂੰ ਕਹਿੰਦਾ, ਆਪਣੇ ਸਰੀਰ ਨੂੰ ਕਹਿੰਦਾ, ਹੇ ਮਨ, ਦੁਨੀਆ ਅੰਦਰ ਜਿੰਨਾ ਕੰਮ ਕਰਨਾ ਚੰਗਾ ਕੰਮ ਕਰ, ਇਹੀ ਰੱਬ ਦੀ ਭਗਤੀ ਹੈ, ਇਹੀ ਸਭ ਕੁਝ ਹੈ। ਜੇ ਸੋਚਣਾ ਚੰਗਾ ਸੋਚ, ਕਿਸੇ ਦਾ ਭਲਾ ਕਰ। ਅੱਗੇ ਮਹਾਰਾਜ ਕਹਿ ਰਹੇ ਨੇ ਜੀ ਇਸ ਬਚਨ ਅੰਦਰ, ਲਾਲਚ ਅਟਿਆ ਨਿਤ ਫਿਰੈ, ਜਗਤ ਵਿੱਚ ਮਾਇਆ ਦੇ ਲਾਲਚ ਵਿੱਚ ਲਿਬੜਿਆ ਹੋਇਆ ਸਦਾ ਭਟਕਦਾ ਫਿਰਦਾ ਰਹਿੰਦਾ ਹੈ। ਕੋਈ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ, ਮਨੁੱਖ ਆਪਣੇ ਭਲੇ ਦਾ ਕੰਮ ਨਹੀਂ ਕਰ ਰਿਹਾ, ਲਾਲਚ ਵਿੱਚ ਲੱਗ ਕੇ ਆਪਣਾ ਜਨਮ ਬਰਬਾਦ ਕਰ ਲੈਂਦਾ। ਹੇ ਨਾਨਕ, ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ, ਉਸ ਦੇ ਮਨ ਵਿੱਚ ਉਹ ਪ੍ਰਭੂ ਵਸ ਪੈਂਦਾ ਹੈ। ਮਹਾਰਾਜ ਕਹਿ ਰਹੇ ਨੇ, ਜਿਸ ਗੁਰ ਭੇਟੇ ਨਾਨਕਾ, ਤਿਸ ਮਨ ਵਸਿਆ ਸੋਏ। ਜਿਹਨੂੰ ਗੁਰੂ ਮਿਲ ਗਿਆ, ਮਹਾਰਾਜ ਕਹਿੰਦੇ ਜਿਹਨੂੰ ਗੁਰੂ ਮਿਲ ਗਿਆ ਨਾ, ਗੁਰੂ ਨਾਲ ਮਿਲਾਪ ਹੋ ਗਿਆ, ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ, ਜ਼ਿੰਦਗੀ ਵਧੀਆ ਬਣ ਜਾਂਦੀ ਹੈ। ਪੌੜੀ ਅੰਦਰ ਮਹਾਰਾਜ ਕਹਿ ਰਹੇ ਨੇ, ਸਭੇ ਵਸਤੂ ਕੌੜੀਆਂ। ਮਹਾਰਾਜ ਕਹਿੰਦੇ ਸਾਰੀਆਂ ਵਸਤੂਆਂ ਕੌੜੀਆਂ ਨੇ। ਸੱਚੇ ਨਾਮ ਮਿੱਠਾ, ਸੱਚੇ ਵਾਹਿਗੁਰੂ, ਇੱਕ ਤੇਰਾ ਨਾਮ ਬਹੁਤ ਮਿੱਠਾ ਹੈ। ਸਭੇ ਵਸਤੂ ਕੌੜੀਆਂ। ਹੁਣ ਕਿਹੜੀਆਂ ਵਸਤੂ ਕੌੜੀਆਂ ਨੇ ਜੀ? ਸਾਰੀਆਂ ਚੀਜ਼ਾਂ ਬੇਸਵਾਦੀਆਂ ਕਿਉਂ ਨੇ? ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਆਖਰ ਕੌੜੀਆਂ ਹੋ ਜਾਂਦੀਆਂ ਨੇ ਜਦੋਂ ਇੱਕ ਸੱਚੇ ਪ੍ਰਭੂ ਦਾ ਨਾਮ ਸਦਾ ਮਿੱਠਾ ਲੱਗਦਾ ਰਹਿੰਦਾ। ਜਦੋਂ ਮਨੁੱਖ ਦਾ ਧਿਆਨ ਸ਼ਬਦ ਨਾਲ ਲੱਗ ਜਾਂਦਾ ਨਾ, ਫਿਰ ਉਹਨੂੰ ਸ਼ਬਦ ਮਿੱਠਾ ਲੱਗਦਾ, ਨਾਮ ਮਿੱਠਾ ਲੱਗਦਾ। ਦੁਨੀਆ ਦੇ ਸਾਰੇ ਪਦਾਰਥ ਉਹਨੂੰ ਕੌੜੇ ਜਾਪਦੇ ਨੇ। ਜੋ ਰਸ, ਜੋ ਆਨੰਦ ਨਾਮ ਦੇ ਦਿੰਦਾ ਨਾ, ਕਿਤੋਂ ਨਹੀਂ ਮਿਲਦਾ। ਅੱਗੇ ਮਹਾਰਾਜ ਕਹਿ ਰਹੇ ਨੇ, ਸਾਧ ਆਇਆ ਤਿਨ ਹਰ ਜਨਾ, ਚੱਖ ਸਾਧੀ ਡਿੱਠਾ। ਤੇਰੇ ਪਿਆਰਿਆਂ ਨੂੰ, ਤੇਰੇ ਸੇਵਕਾਂ ਨੂੰ ਪਾਤਸ਼ਾਹ ਜੀ ਕਹਿੰਦੇ ਸਵਾਦ ਆ ਗਿਆ। ਕੀ ਚੱਕ ਕੇ? ਤੇਰੇ ਨਾਮ ਨੂੰ ਚੱਖ ਕੇ।
ਤੇਰੇ ਨਾਮ ਅੰਦਰ ਸੁਰਤ ਜੋੜ ਕੇ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਬੁੱਠਾ। ਪਾਰ ਬ੍ਰਹਮ ਨੇ, ਪ੍ਰਮਾਤਮਾ ਨੇ, ਵਾਹਿਗੁਰੂ ਨੇ, ਪਾਤਸ਼ਾਹ ਜੀ ਕਹਿੰਦੇ ਜਿਸ ਲਿਖਿਆ, ਜਿਹਦੀ ਜ਼ਿੰਦਗੀ ਅੰਦਰ ਅਸਲ ਕਰਮ ਲਿਖ ਦਿੱਤਾ, ਬੀਜ ਬੋ ਦਿੱਤਾ, ਉਹ ਮਨ ਦੇ ਰਾਹੀਂ ਪ੍ਰਮਾਤਮਾ ਨੂੰ ਸਮਝ ਲਿਆ, ਪਛਾਣ ਲਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਇੱਕ ਨਿਰੰਜਨ ਰਵ ਰਿਹਾ ਭਾਉ ਦੂਆ ਕੁੱਠਾ। ਮਹਾਰਾਜ ਕਹਿੰਦੇ ਹੁਣ ਇੱਕ ਪ੍ਰਮਾਤਮਾ ਨਾਲ ਸਾਂਝ ਪੈ ਗਈ ਹੈ, ਇੱਕ ਮਾਲਕ ਨਾਲ ਸਾਂਝ ਬਣ ਗਈ ਹੈ। ਅੰਦਰ ਦਾ ਜਿਹੜਾ ਦੂਜਾ ਭਾਉ ਸੀ ਉਹ ਨਾਸ਼ ਹੋ ਗਿਆ, ਦੂਜੇ ਦਾ ਕੋ ਡਰ ਸੀ ਨਾਸ਼ ਹੋ ਗਿਆ। ਅਸੀਂ ਅਦਬ ਅੰਦਰ ਦਾ ਜਿਹੜਾ ਭੈ ਦੀ ਗੱਲ ਕਰ ਲਓ, ਗੁਰੂ ਦਾ ਰੱਖਣਾ। ਹੋਰ ਸਭ ਭੈ, ਹੋਰ ਸਭ ਡਰ ਤਿਆਗੋ। ਅੱਗੇ ਮਹਾਰਾਜ ਕਹਿ ਰਹੇ ਨੇ, ਹਰ ਨਾਨਕ ਮੰਗੈ ਜੋੜ ਕਰ, ਪ੍ਰਭ ਦੇਵੈ ਤੁਠਾ। ਨਾਨਕ ਵੀ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਵੱਸੋਂ ਇੱਕ ਨਾਮ ਰਸ ਮੰਗਦਾ ਹੈ, ਪਰ ਪ੍ਰਭੂ ਉਸ ਨੂੰ ਦਿੰਦਾ ਜਿਸ ਉੱਤੇ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ। ਜਿਹਦੇ ਉੱਤੇ ਦਿਆਲੂ ਹੋ ਗਿਆ, ਕਿਰਪਾਲੂ ਹੋ ਗਿਆ, ਉਹਨੂੰ ਆਪਣਾ ਨਾਮ ਦੇ ਦਿੰਦਾ। ਆਪਾਂ 2 ਸ਼ਲੋਕਾਂ ਦੀ ਤੇ ਇੱਕ ਪੌੜੀ ਦੀ ਵਿਚਾਰ ਕੀਤੀ ਹੈ ਜੀ। ਮਹਾਰਾਜ ਨੇ ਪਹਿਲੇ ਸ਼ਲੋਕ ਅੰਦਰ ਸੁੱਖ ਦੀ ਗੱਲ ਕੀਤੀ ਹੈ, ਸੁੱਖ ਕਿਵੇਂ ਪ੍ਰਾਪਤ ਕਰਨਾ, ਕਿਵੇਂ ਸੁੱਖ ਅਸੀਂ ਜ਼ਿੰਦਗੀ ਦਾ ਆਧਾਰ ਬਣਾਉਣਾ। ਦੂਸਰੇ ਸ਼ਲੋਕ ਅੰਦਰ ਮਹਾਰਾਜ ਨੇ ਜੀ ਗੱਲ ਕੀਤੀ ਹੈ ਲਾਲਚ ਬਿਰਤੀ ਵਾਲੇ ਮਨੁੱਖ ਦੀ। ਲਾਲਚ ਵਿੱਚ ਬੰਦਾ ਜਦੋਂ ਪੈ ਜਾਂਦਾ ਨਾ, ਲਾਲਚ ਵਿੱਚ ਪੈ ਕੇ ਜ਼ਿੰਦਗੀ ਦਾ ਅਸਲ ਮੇਨ ਮਨੋਰਥ ਤੋਂ ਭਟਕ ਜਾਂਦਾ ਹੈ। ਪੌੜੀ ਵਿੱਚ ਮਹਾਰਾਜ ਨੇ ਇਹ ਗੱਲ ਕੀਤੀ, ਰੱਬ ਦਾ ਨਾਮ ਬਹੁਤ ਮਿੱਠਾ ਹੈ, ਜਿਹਨੇ ਨਾਮ ਨੂੰ ਚੱਖ ਲਿਆ ਸਵਾਦ ਉਹਨੂੰ ਆਉਂਦਾ। ਬਾਣੀ ਵਿੱਚ ਵਚਨ ਪੜ੍ਹਦੇ ਹਾਂ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਜੇ ਗੂੰਗਾ ਗੁੜ ਖਾ ਲਵੇ ਨਾ, ਉਹਨੂੰ ਜੇ ਪੁੱਛੀਏ ਵੀ ਸਵਾਦ ਕਿੰਨਾ ਕੁ, ਮਿੱਠਾ ਕਿੰਨਾ ਕੁ, ਦੱਸ ਨਹੀਂ ਸਕਦਾ। ਨਾਮ ਇੱਕ ਐਸੀ ਵਿਚਾਰ ਹੈ, ਗੁਰੂ ਦੀ ਜਿਹੜੀ ਵਿਚਾਰ ਆਪਾਂ ਕਰਦੇ ਹਾਂ, ਜਦੋਂ ਕੋਈ ਚੱਖਦਾ ਸਮਝਦਾ ਸਵਾਦ ਉਹਨੂੰ ਜਾਣਦਾ, ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ ਉਹ ਬੰਦਾ ਵੀ ਕਿਸ ਤਰ੍ਹਾਂ ਦੀ ਵਿਚਾਰ ਹੈ। ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਬਣਾ ਦਿੰਦੀ ਹੈ ਗੁਰੂ ਦੀ ਵਿਚਾਰ। ਗੁਰੂ ਕਿਰਪਾ ਕਰੇ ਜੀ, ਆਓ ਗੁਰਮੁਖੋ ਲੜੀਵਾਰ ਜਿਹੜੀ ਆਪਾਂ ਵਿਚਾਰ ਕਰਦੇ ਹਾਂ, ਇਤਿਹਾਸਕ ਵਿਚਾਰ ਨਾਲ ਥੋੜ੍ਹਾ ਸਮਾਂ ਆਪਾਂ ਸੰਖੇਪ ਸਾਂਝ ਪਾਉਂਦੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਗੁਰੂ ਸਾਹਿਬ ਦੇ ਲਾਹੌਰ ਦੇ ਕਾਰਜਾਂ ਬਾਰੇ ਗੱਲ ਕਰ ਰਹੇ ਸੀ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਲੜੀਵਾਰ ਜੀਵਨ ਚੱਲ ਰਿਹਾ ਹੈ। ਲਾਹੌਰ ਸ਼ਹਿਰ ਵਿੱਚ ਕਿੰਨੇ ਦੁਖੀ ਲੋਕ ਨੇ। ਦੁਖੀ ਲੋਕਾਂ ਦੀ ਬਾਂਹ ਫੜਨਾ, ਨਿਮਾਣੇ ਨਿਤਾਣਿਆਂ ਲੋਕਾਂ ਦੀ, ਗਰੀਬ ਲੋਕਾਂ ਦੀ ਸਹਾਇਤਾ ਕਰਨਾ, ਇਹ ਗੁਰੂ ਦਾ ਬਹੁਤ ਵੱਡਾ ਪਰਉਪਕਾਰ ਹੈ ਜੀ। ਮੈਂ ਪਰਸੋਂ ਦੇ ਦੀਵਾਨਾਂ ਵਿੱਚ ਆਪਾਂ ਗੱਲ ਕਰ ਰਹੇ ਸੀ ਵੀ ਗੁਰੂ ਕੀ ਗੋਲਕ ਆ ਨਾ, ਜਿਹੜੀ ਗੋਲਕ ਦਸਵੰਧ ਜਿਹੜਾ ਹੁੰਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਉਸ ਦਸਵੰਧ ਨੂੰ ਲਾਹੌਰ ਸ਼ਹਿਰ ਦੇ ਵਿੱਚ ਉਹਨਾਂ ਲੋਕਾਂ ਲਈ ਵਰਤ ਰਹੇ ਨੇ ਜਿਹੜੇ ਲੋਕ ਬਿਲਕ ਰਹੇ ਨੇ ਬਿਮਾਰੀ ਦੇ ਨਾਲ। ਮੈਂ ਅਕਸਰ ਬੇਨਤੀ ਕਰਦਾ, ਸਭ ਤੋਂ ਵੱਡੀ ਜਿਹੜੀ ਚਾਹੀਦੀ ਹੈ ਹਰ ਇੱਕ ਗੁਰਦੁਆਰੇ ਅੰਦਰ ਕਹਿ ਲਓ, ਹਰ ਇੱਕ ਅਦਾਰੇ ਅੰਦਰ ਕਹਿ ਲਓ, ਸਿਹਤ ਸਹੂਲਤ। ਜੇ ਸਿਹਤ ਰਹੂਗੀ ਤਾਂ ਹੀ ਅਸੀਂ ਧਰਮ ਨਿਭਾਵਾਂਗੇ, ਜੇ ਸਿਹਤ ਹੀ ਨਾ ਰਹੀ ਫਿਰ ਕਿੱਥੋਂ ਧਰਮ ਨਿਭਾ ਲਾਂਗੇ। ਇਸ ਵਿਸ਼ੇ ਵੱਲ ਮਹਾਰਾਜ ਨੇ ਸਭ ਤੋਂ ਵੱਧ ਧਿਆਨ ਦਿੱਤਾ ਹੈ, ਸਿਹਤ ਸਹੂਲਤਾਂ ਬਾਰੇ। ਮੈਂ ਗੱਲ ਕੀਤੀ ਸੀ ਵੀ ਤਰਨ ਤਾਰਨ ਦੇ ਵਿੱਚ ਮਹਾਰਾਜ ਨੇ ਕੋਹੜੀ ਲੋਕਾਂ ਲਈ, ਜਿਹੜੇ ਵਿਚਾਰੇ ਕੋਹੜੀ ਹੋ ਗਏ ਸੀ, ਅਪਾਹਜ ਹੋ ਗਏ ਸੀ, ਉਹਨਾਂ ਲੋਕਾਂ ਦੀ ਸਾਂਭ ਸੰਭਾਲ ਲਈ ਮਹਾਰਾਜ ਨੇ ਇੱਕ ਕੋਹੜੀ ਖਾਨਾ ਖੋਲ੍ਹਿਆ। ਲਾਹੌਰ ਤੋਂ ਖਬਰ ਆਈ, ਮਹਾਰਾਜ ਨੂੰ ਖਬਰ ਪਹੁੰਚੀ, ਮਹਾਰਾਜ ਲਾਹੌਰ ਦੇ ਵਿੱਚ ਲੋਕ ਮਰ ਰਹੇ ਨੇ, ਲਾਹੌਰ ਦੇ ਵਿੱਚ ਫਸਲਾਂ ਦਾ ਨੁਕਸਾਨ ਹੋ ਗਿਆ, ਫਸਲ ਵਧੀਆ ਨਹੀਂ, ਪਾਣੀ ਦੀ ਘਾਟ ਹੋ ਗਈ ਲਾਹੌਰ ਦੇ ਵਿੱਚ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਦਰਬਾਰ ਸਾਹਿਬ ਦੀ ਸੇਵਾ ਆਪਾਂ ਦੁਬਾਰਾ ਆ ਕੇ ਕਰ ਲਵਾਂਗੇ ਸ਼ੁਰੂ। ਜਿਹੜਾ ਕੰਮ ਰਹਿ ਗਿਆ ਪਹਿਲਾਂ ਸਿੱਖੋ, ਲਾਹੌਰ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਬਾਂਹ ਫੜੋ, ਲੋਕਾਂ ਨਾਲ ਖੜੋ। ਇਹ ਖਾਲਸੇ ਦਾ ਹਰ ਵਕਤ ਫਰਜ਼ ਵੀ ਹੈ, ਹਰ ਵਕਤ ਸੇਵਾ ਨਿਭਾਈ ਵੀ ਹੈ ਗੁਰੂ ਕੇ ਸਿੱਖਾਂ ਨੇ। ਲਾਹੌਰ ਦੇ ਵਿੱਚ ਜਾ ਕੇ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਸਾਂਭਿਆ ਜਿਹੜੇ ਲੋਕ ਰੋ ਰਹੇ ਸੀ, ਕੁਰਲਾ ਰਹੇ ਸੀ, ਬਿਮਾਰੀਆਂ ਨਾਲ
ਬਹੁਤ ਭੈੜੀ ਹਾਲਤ ਹੋ ਚੁੱਕੀ ਸੀ। ਦਸਵੰਧ ਦੀ ਮਾਇਆ, ਗੁਰੂ ਕੀ ਗੋਲਕ ਦੀ ਮਾਇਆ ਮਹਾਰਾਜ ਨੇ ਬਿਮਾਰ ਲੋਕਾਂ ਲਈ ਲਾ ਦਿੱਤੀ। ਸਾਰੀ ਮਾਇਆ, ਜਿਹੜੇ ਲੋਕ ਬਿਮਾਰ ਸੀ। ਮੈਂ ਵੀ ਬੇਨਤੀ ਕਰਦਾ ਹਾਂ ਵੀ ਗੁਰੂ ਕੀ ਗੋਲਕ ਦਾ ਜਿਹੜਾ ਪੈਸਾ ਇੱਧਰਲੇ ਪਾਸੇ ਜਾਣਾ ਜ਼ਰੂਰੀ ਹੈ। ਪਿੰਡ ਪੱਧਰ ਤੇ ਤੁਸੀਂ ਗੱਲ ਕਰ ਲਓ, ਜੇ ਪਿੰਡ ਦੇ ਵਿੱਚ ਕੋਈ ਲੋੜਵੰਦ ਵਿਅਕਤੀ ਹੈ ਨਾ, ਆਪਣਾ ਇਲਾਜ ਨਹੀਂ ਕਰਾ ਸਕਦਾ, ਬਿਮਾਰ ਹੈ, ਸਾਡਾ ਇਹ ਫਰਜ਼ ਬਣਦੇ ਨੇ ਮੁੱਢਲੇ ਜੀ। ਗੁਰੂ ਨੇ ਸਾਨੂੰ ਸਿਖਾਇਆ ਹੈ ਵੀ ਉਹਦੀ ਸਹਾਇਤਾ ਕੀਤੀ ਜਾਵੇ, ਉਹਦਾ ਇਲਾਜ ਜਿੰਨਾ ਵੀ ਹੋ ਸਕਦਾ ਉਹਦਾ ਇਲਾਜ ਕਰਵਾਇਆ ਜਾਵੇ। ਗੁਰੂ ਨੇ ਜਾ ਕੇ ਲਾਹੌਰ ਇਲਾਜ ਕਰਵਾਇਆ ਉਹਨਾਂ ਲੋਕਾਂ ਦਾ। ਗੁਰੂ ਕੇ ਇਤਿਹਾਸ ਤੋਂ, ਗੁਰੂ ਕੀ ਬਾਣੀ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਉਹ ਪੈਰਾਸਰ ਹੋ ਸਕੇ, ਵਧੀਆ ਬਣ ਸਕੇ। ਅੱਗੇ ਜਿਹੜੀ ਆਪਾਂ ਵਿਚਾਰ ਅੱਗੇ ਕਰ ਰਹੇ ਸੀ ਜੀ, ਮਹਾਰਾਜ ਇੱਥੇ ਪ੍ਰਚਾਰ ਕਰਕੇ ਲਾਹੌਰ ਸ਼ਹਿਰ ਵਿੱਚ ਆਪਾਂ ਗੱਲ ਕੀਤੀ ਜੀ। ਡੱਬੀ ਬਾਜ਼ਾਰ ਦੇ ਵਿੱਚ ਮਹਾਰਾਜ ਨੇ, ਚੂਨਾ ਮੰਡੀ ਵਿੱਚ, ਜਿੱਥੇ ਚੌਥੇ ਪਾਤਸ਼ਾਹ ਦਾ ਜਨਮ ਸਥਾਨ ਬਣਿਆ ਸੀ, ਇਸ ਇਮਾਰਤ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਵਧੀਆ ਢੰਗ ਨਾਲ ਇਮਾਰਤ ਬਣਾ ਦਿੱਤੀ, ਡੱਬੀ ਬਾਜ਼ਾਰ ਬਣਾਇਆ ਗਿਆ। ਇੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ। ਮਹਾਰਾਜ ਨੇ ਇੱਕ ਬੌਲੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਤਾਂ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜੂਗਾ ਲਾਹੌਰ ਸ਼ਹਿਰ ਦੇ ਵਿੱਚ, ਤਾਂ ਕਿ ਜਿਹੜੇ ਲੋਕ ਬੇਰੁਜ਼ਗਾਰ ਹੋ ਗਏ ਉਹਨਾਂ ਨੂੰ ਰੁਜ਼ਗਾਰ ਮਿਲ ਜੂਗਾ। ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਮਹਾਰਾਜ ਪਹਾੜ ਵਾਲੇ ਪਾਸੇ ਗੁਰਦਾਸਪੁਰ ਦੀ ਧਰਤੀ ਤੇ ਜਾਂਦੇ ਨੇ। ਮਹਾਰਾਜ ਧਰਮ ਪ੍ਰਚਾਰ ਤੇ ਲੋਕ ਸੇਵਾ ਦੇ ਕਾਰਜ ਕਰਦਿਆਂ ਕਰਦਿਆਂ 9 ਸਾਲ ਦਾ ਸਮਾਂ ਹੋ ਗਿਆ ਜੀ ਗੁਰੂ ਅਰਜਨ ਸਾਹਿਬ ਜੀ ਨੂੰ। 9 ਸਾਲ ਬਤੀਤ ਹੋ ਗਏ, ਨਾਲੇ ਤਾਂ ਧਰਮ ਦਾ ਪ੍ਰਚਾਰ ਕਰ ਰਹੇ ਨੇ, ਨਾਲੇ ਮਹਾਰਾਜ ਲੋੜਵੰਦਾਂ ਦੀ ਲੋੜ ਪੂਰੀ ਕਰ ਰਹੇ ਨੇ। ਜੇ ਅਸੀਂ ਆਪਣੇ ਧਰਮ ਦਾ ਫੈਲਾਅ ਚਾਹੁੰਦੇ ਹਾਂ, ਲੋਕ ਸਿੱਖ ਧਰਮ ਨਾਲ ਜੁੜਨ, ਲੋਕ ਇਸ ਵਿਚਾਰਧਾਰਾ ਨੂੰ ਫੋਲੋ ਕਰਨ, ਜਦੋਂ ਅਸੀਂ ਕਿਸੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲੱਗ ਗਏ ਨਾ, ਜਦੋਂ ਕਿਸੇ ਦੇ ਦੁੱਖਾਂ ਅੰਦਰ ਖੜਨ ਲੱਗ ਗਏ, ਕਿਸੇ ਬਿਮਾਰ ਦੀ ਸਹਾਇਤਾ ਕਰਨ ਲੱਗ ਗਏ, ਫਿਰ ਆਪੀ ਤੁਸੀਂ ਗੈਰ ਧਰਮ ਵਾਲੇ ਵੇਖ ਲਓ, ਹੋਰ ਮਤਾਂ ਵਾਲੇ ਦੇਖ ਲਓ, ਕਿੰਨੀਆਂ ਸਹੂਲਤਾਂ ਦੇ ਦੇ ਕੇ ਉਹ ਆਪਣੇ ਕਹਿਣਗੇ ਸਾਡੇ ਵਿੱਚ ਆਓ। ਪਰ ਸਾਡੇ ਗੁਰੂ ਦੀ ਇਹ ਵਿਚਾਰ ਨਹੀਂ ਸੀ। ਸਾਡੇ ਗੁਰੂ ਨੇ ਕਦੇ ਇਹ ਨਹੀਂ ਕਿਹਾ ਵੀ ਲੈ ਮੈਂ ਤੇਰੀ ਇਲਾਜ ਕਰਾ ਦਿੱਤਾ, ਮੈਂ ਤੇਰੀ ਸਹਾਇਤਾ ਕਰ ਦਿੱਤੀ, ਹੁਣ ਤੂੰ ਸਿੰਘ ਸੱਜ ਜਾ, ਸਿੱਖ ਬਣ ਜਾ। ਮਹਾਰਾਜ ਸਭ ਤੋਂ ਪਹਿਲਾਂ ਜੇ ਪਹਿਲ ਦਿੱਤੀ ਹੈ, ਮਹਾਰਾਜ ਨੇ ਇਨਸਾਨੀਅਤ ਨੂੰ ਦਿੱਤੀ ਆ, ਪਹਿਲਾਂ ਇਹਨੂੰ ਠੀਕ ਤਾਂ ਕਰ ਲਓ। ਮਹਾਰਾਜ ਜਦੋਂ 9 ਸਾਲ ਪ੍ਰਚਾਰ ਕਰਦਿਆਂ ਹੋ ਗਏ ਨੇ ਜੀ, ਮਹਾਰਾਜ ਨੇ ਫਿਰ ਮਨ ਬਣਾਇਆ ਜਿਹੜਾ ਅੰਮ੍ਰਿਤਸਰ ਤੋਂ ਪਹਾੜ ਵਾਲੇ ਪਾਸੇ ਜਿਹੜਾ ਬਾਕੀ ਰਹਿੰਦਾ ਇਲਾਕਾ ਸੀ, ਉਸ ਇਲਾਕੇ ਵਿੱਚ ਜਾ ਕੇ ਮਹਾਰਾਜ ਪ੍ਰਚਾਰ ਆਰੰਭ ਕਰਦੇ ਨੇ। ਇਸ ਤਰ੍ਹਾਂ ਜਾਪਦਾ ਸੀ, ਇਤਿਹਾਸਕਾਰ ਲਿਖਦੇ ਨੇ, ਧਰਮ ਪ੍ਰਚਾਰ ਕਰਨ ਦਾ ਤੇ ਲੋੜਵੰਦਾਂ ਦੀ ਬਾਂਹ ਫੜਨ ਦਾ, ਲੋਕਾਂ ਦੀ ਸੇਵਾ ਕਰਨ ਦਾ ਮਹਾਰਾਜ ਨੂੰ ਇੰਨਾ ਚਾਅ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇੰਨਾ ਚਾਅ, ਮਹਾਰਾਜ 1 ਸਾਲ ਤੱਕ ਵੀ ਨਹੀਂ ਟਿਕੇ। ਥੋੜਾ ਸਮਾਂ ਆਰਾਮ ਕਰਕੇ, ਰੈਸਟ ਕਰਕੇ ਮਹਾਰਾਜ ਦੁਬਾਰਾ ਫਿਰ ਪ੍ਰਚਾਰ ਲਈ ਜਾਂਦੇ ਨੇ। ਉਸ ਤੋਂ ਬਾਅਦ ਪਹਾੜ ਵਾਲੇ ਪਾਸੇ ਜਦੋਂ ਮਹਾਰਾਜ ਪਿੰਡਾਂ ਦਾ ਦੌਰਾ ਕਰਦੇ ਨੇ, ਰਾਵੀ ਤੱਕ ਦਾ ਪਿੰਡਾਂ ਦਾ ਦੌਰਾ ਕਰਦੇ ਨੇ, ਸੰਸਰੇ ਕਾਫੀ ਸਮਾਂ ਮਹਾਰਾਜ ਨੇ ਇੱਥੇ ਬਤੀਤ ਕੀਤਾ। ਉਸ ਤੋਂ ਬਾਅਦ ਮਹਾਰਾਜ ਗੁਰੂ ਕਾ ਬਾਗ ਸਥਾਨ ਇੱਥੇ ਬਣਿਆ ਹੋਇਆ ਇਸ ਨਗਰ ਦੇ ਵਿੱਚ। ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇੱਥੇ ਸਥਾਨ ਬਣਿਆ ਜੀ ਪਿੰਡ ਸੰਸਰੇ ਵਿੱਚ। ਸਤਿਗੁਰੂ ਜੀ ਪਿੰਡਾਂ ਦੇ ਲੋਕਾਂ ਅੰਦਰ ਧਰਮ ਦਾ ਪ੍ਰਚਾਰ ਕਰਦੇ ਨੇ, ਪਿੰਡਾਂ ਦੇ ਲੋਕਾਂ ਨੂੰ ਬਹਿ ਕੇ ਗੁਰਬਾਣੀ ਦੇ ਅਰਥਾਂ ਬਾਰੇ ਦੱਸਦੇ ਨੇ, ਮਹਾਰਾਜ ਉਪਦੇਸ਼ ਦਿੰਦੇ ਨੇ। ਪਿੰਡ ਦੇ ਲੋਕ ਪਤਾ ਕਿੱਧਰ ਉਲਝੇ ਹੋਏ ਸੀ, ਇਸ ਜਿਹੜਾ ਗੁਰਦਾਸਪੁਰ ਦਾ ਇਲਾਕਾ ਹੈ, ਇਹਨਾਂ ਪਿੰਡਾਂ ਦੇ ਲੋਕ ਸਤਿਗੁਰੂ ਮਹਾਰਾਜ ਜਦੋਂ ਪ੍ਰਚਾਰ ਕਰ ਰਹੇ ਨੇ ਇਹਨਾਂ ਦੇ ਭਲੇ ਵਾਸਤੇ, ਕਿਉਂਕਿ ਵਿਚਾਰੇ ਭੁੱਲੇ ਸੀ, ਭਟਕੇ ਸੀ। ਭੁੱਲਣ ਦੇ ਕਾਰਨ, ਭਟਕਣ ਦੇ ਕਾਰਨ ਇਹ ਲੋਕਾਂ ਅੰਦਰ ਵਹਿਮ ਭਰਮ ਨੇ ਜਨਮ ਲੈ ਲਿਆ ਸੀ। ਅਕਸਰ ਇਦਾਂ ਹੁੰਦਾ ਹੈ ਜੀ, ਜਦੋਂ ਅਸੀਂ ਭਟਕ ਜਾਂਦੇ ਹਾਂ, ਭੁੱਲ ਜਾਂਦੇ ਹਾਂ, ਗੁਰੂ ਦੀ ਵਿਚਾਰ ਤੋਂ ਪਾਸੇ ਹੋ ਜਾਂਦੇ ਹਾਂ, ਜ਼ਿੰਦਗੀ ਵਿੱਚ ਬਹੁਤ ਵਹਿਮ ਤੇ ਭਰਮ ਜਨਮ ਲੈਂਦੇ ਨੇ। ਜੇ ਪੂਰੇ ਭਾਰਤ ਵਰਸ਼ ਦੀ ਗੱਲ ਕਰੀਏ, ਪੂਰੇ ਭਾਰਤ ਵਰਸ਼ ਅੰਦਰ ਇੰਨਾ ਵਹਿਮ ਭਰਮ ਹੈ, ਜੇ ਲੋਕ ਵਹਿਮ ਭਰਮ ਚੋਂ ਨਿਕਲ ਜਾਣ ਨਾ, ਅਸੀਂ ਬਹੁਤ ਜਲਦੀ ਅਮੀਰ ਬਣ ਸਕਦੇ ਹਾਂ, ਸਾਡੇ ਦੇਸ਼ ਦਾ ਸੁਧਾਰ ਹੋ ਸਕਦਾ ਹੈ।
ਆਰਥਿਕ ਤੌਰ ਤੇ ਆਮ ਲੋਕਾਂ ਨੂੰ, ਆਮ ਜਨਤਾ ਨੂੰ ਕਿੰਨਾ ਲੁੱਟਿਆ ਜਾਂਦਾ ਹੈ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ। ਕੋਈ ਹੱਥ ਵੇਖਣ ਵਾਲਾ, ਕੋਈ ਕੁੰਡਲੀ ਵੇਖਣ ਵਾਲਾ, ਉਹ ਕਿਸ ਤਰ੍ਹਾਂ ਕਿਸੇ ਨੇ ਢੰਗ ਬਣਾਇਆ ਹੋਇਆ ਹੈ। ਗੁਰੂ ਨਾਨਕ ਬਾਬੇ ਨੇ ਇੱਕ ਬੜੀ ਪਿਆਰੀ ਗੱਲ ਕਹੀ। ਬਾਬਾ ਨਾਨਕ ਪਤਾ ਕੀ ਕਹਿੰਦਾ? ਰੋਟੀਆਂ ਕਾਰਨ ਪੂਰਾ ਤਾਲ, ਮਸਲਾ ਰੋਟੀ ਦਾ ਹੈ। ਵਹਿਮਾਂ ਭਰਮਾਂ ਵਿੱਚ ਪਾ ਕੇ ਮਸਲਾ ਰੋਟੀ ਦਾ ਬਣ ਗਿਆ ਵੀ ਸਾਡਾ ਕਿਤੇ ਕਾਰੋਬਾਰ ਨਾ ਠੱਪ ਹੋ ਜਾਵੇ। ਕਿੰਨਾ ਲੰਮਾ ਸਮਾਂ ਮੈਂ ਜਿਹੜੀ ਗੱਲ ਕਰਦਾ ਸੀ ਵੀ ਭਾਰਤ ਦਾ ਸੁਧਾਰ ਹੋ ਸਕਦਾ, ਭਾਰਤ ਵਰਸ਼ ਦਾ, ਪੂਰੇ ਭਾਰਤ ਦਾ, ਜੇ ਅਸੀਂ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਚੋਂ ਨਿਕਲ ਜਾਈਏ। ਬਾਹਰਲੀ ਕੰਟਰੀ ਸਾਡਾ ਦੇਸ਼ ਬਣ ਸਕਦਾ ਹੈ, ਜਿਵੇਂ ਬਾਹਰ ਸਹੂਲਤਾਂ, ਸਾਡਾ ਵਧੀਆ ਸੰਸਾਰ ਬਣ ਸਕਦਾ ਜੇ ਅਸੀਂ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਚੋਂ ਨਿਕਲ ਜਾਈਏ। ਕਿਉਂਕਿ ਕਿੰਨਾ ਅਸੀਂ ਪਦਾਰਥ ਖਾਣ ਵਾਲਾ ਅੱਗ ਅੰਦਰ ਸਾੜ ਦਿੰਦੇ ਹਾਂ, ਦੁੱਧ ਪੱਥਰਾਂ 'ਤੇ ਪਾ ਦਿੰਦੇ ਹਾਂ, ਕਿਉਂਕਿ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੀ। ਕਿਸੇ ਲੋੜਵੰਦ ਨੂੰ ਦੇਵਾਂਗੇ ਉਹ ਅਸੀਸਾਂ ਦੇਵੇਗਾ। ਅਸਲ ਮੂਰਤਾਂ ਦੀ ਪਛਾਣ ਨਹੀਂ ਕਰਦੇ ਅਸੀਂ। ਜਿਹੜੀ ਅਸਲ ਮੂਰਤਾਂ, ਜਿਹੜੀ ਮੈਂ ਗੱਲ ਕਰਦਾ ਸੀ, ਆਪਾਂ ਗੱਲ ਵੱਲ ਆਈਏ। ਗੁਰਦਾਸਪੁਰ ਦੇ ਵਿੱਚ ਜਿਹੜੇ ਲੋਕ ਸੀ ਨਾ, ਉਹ ਪੀਰਾਂ ਫਕੀਰਾਂ, ਧਾਗੇ ਤਵੀਤਾਂ 'ਚ ਵਿਸ਼ਵਾਸ ਰੱਖਦੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਿਸ਼ੇਸ਼ ਧਿਆਨ ਦਿੱਤਾ। ਗੁਰੂ ਅਰਜਨ ਸਾਹਿਬ ਨੇ ਇਸ ਇਲਾਕੇ ਵਿੱਚ ਵਿਸ਼ੇਸ਼ ਧਿਆਨ ਦਿੱਤਾ। ਇਹਨਾਂ ਲੋਕਾਂ ਨੂੰ ਸਮਝਾਇਆ ਵੀ ਭਾਈ ਇਹਨਾਂ ਧਾਗੇ ਅਤੇ ਤਵੀਤਾਂ ਵਿੱਚ ਕੁਝ ਨਹੀਂ ਰੱਖਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਦਾਸਪੁਰ ਜਾਂਦੇ ਨੇ ਨਾ, ਮਹਾਰਾਜ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਕਿਉਂਕਿ ਭਾਵੇਂ ਅਸੀਂ ਮਾਫ ਕਰਨਾ ਜੀ, ਮੈਂ ਗੱਲ ਕਹਿਣਾ, ਗਾਤਰੇ ਕਿਰਪਾਨਾਂ ਪਾ ਲਈਆਂ, ਅੰਮ੍ਰਿਤਧਾਰੀ ਬਣ ਗਏ ਬਸ, ਪਰ ਸਾਡੀ ਕੌਮ, ਬਹੁਤ ਲੋਕ ਨਾ ਇਹਨਾਂ ਚੀਜ਼ਾਂ ਵਿੱਚੋਂ ਨਿਕਲ ਨਹੀਂ ਰਹੇ। ਪਤਾ ਨਹੀਂ ਕਾਹਦਾ ਡਰ ਪੈ ਰਿਹਾ, ਕਾਹਦਾ ਸਾਡੇ ਸਿਰ ਉੱਤੇ ਭਾਰ ਪਿਆ ਹੋਇਆ ਹੈ। ਬਹੁਤੇ ਲੋਕ ਇਹਨਾਂ ਚੀਜ਼ਾਂ 'ਚੋਂ ਨਿਕਲਦੇ ਨਹੀਂ ਜੀ। ਪਰ ਮਹਾਰਾਜ ਨੇ, ਤੁਸੀਂ ਬਾਣੀ ਦੀ ਵਿਆਖਿਆ ਨਾਲ ਜੁੜਦੇ ਹੋ, ਬਾਣੀ ਪੜ੍ਹਦੇ ਹੋ, ਇਤਿਹਾਸ ਆਪਾਂ ਪੜ੍ਹਦੇ ਹਾਂ, ਵਿਚਾਰਦੇ ਹਾਂ ਲੜੀਵਾਰ। ਕੋਈ ਮਰਜ਼ੀ ਸਵਾਲ ਕਰਕੇ ਦੇਖ ਲਿਓ ਜੇ ਤੁਹਾਨੂੰ ਕੋਈ ਤੁਹਾਡਾ ਡਾਊਟ ਹੋਵੇ। ਪਰ ਮਹਾਰਾਜ ਨੇ ਇਹਨਾਂ ਚੀਜ਼ਾਂ 'ਚ ਕੱਢਿਆ, ਪਰ ਸਾਡੇ ਲੋਕ ਇਹਨਾਂ ਚੀਜ਼ਾਂ ਵਿੱਚ ਦੁਬਾਰਾ ਫਿਰ ਪੈਂਦੇ ਜਾਂਦੇ ਨੇ। ਕਿੰਨਾ ਸਮਾਂ, ਕਿੰਨੀ ਮਿਹਨਤ ਲਾਈ ਹੈ ਬਾਬੇ ਨੇ, ਸਾਰੀ ਉਮਰ ਬਤੀਤ ਹੋ ਗਈ ਮਹਾਰਾਜ ਦੀ ਇਹਨਾਂ ਕੰਮਾਂ 'ਚੋਂ ਕੱਢਦਿਆਂ। ਅਸੀਂ ਕੰਮ ਉਹੀ ਕਰਦੇ ਹਾਂ ਜਿਹੜਾ ਕੰਮ ਬਾਣੀ ਰੋਕਦੀ ਹੈ। ਇਸ ਇਲਾਕੇ ਵਿੱਚ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਸਾਇਆ ਨਗਰ ਡੇਰਾ ਬਾਬਾ ਨਾਨਕ ਕਰਤਾਰਪੁਰ ਪਹੁੰਚਦੇ ਨੇ। ਉਸ ਤੋਂ ਬਾਅਦ ਮਹਾਰਾਜ ਬਾਰਠ ਪਹੁੰਚੇ। ਗੁਰੂ ਅਰਜਨ ਸਾਹਿਬ ਮਹਾਰਾਜ ਬਾਰਠ, ਗੁਰੂ ਅਰਜਨ ਸਾਹਿਬ ਦਾ ਮਿਲਾਪ ਸ਼੍ਰੀ ਚੰਦ ਜੀ ਨਾਲ ਹੋਇਆ। ਬਾਬਾ ਸ਼੍ਰੀ ਚੰਦ ਜੀ, ਬਾਬਾ ਸ਼੍ਰੀ ਚੰਦ ਜੀ ਬਹੁਤ ਲੰਬੇਰੀ ਉਮਰ ਦੇ ਸੀ। ਸ਼੍ਰੀ ਚੰਦ ਜੀ ਕੌਣ ਸੀ? ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸੀ। ਬਾਰਠ ਦੀ ਧਰਤੀ ਇੱਧਰਲੇ ਇਲਾਕੇ ਵਿੱਚ ਮਹਾਰਾਜ ਦਾ ਮਿਲਾਪ ਹੋਇਆ, ਵਿਚਾਰ ਗੋਸ਼ਟੀ ਹੋਈ, ਵਿਚਾਰ ਗੋਸ਼ਟੀ ਕੀਤੀ, ਗੱਲਾਂ ਬਾਤਾਂ ਕੀਤੀਆਂ। ਹੋਰ 2 ਸਾਲ ਪ੍ਰਚਾਰ ਕਰਨ ਮਗਰੋਂ ਮਹਾਰਾਜ 1601 ਦੇ ਵਿੱਚ ਦੁਬਾਰਾ ਫੇਰ ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਵਸਦੇ ਨੇ। ਉਸ ਤੋਂ ਬਾਅਦ ਜਿਹੜੀ ਆਪਾਂ ਕੱਲ ਵਿਚਾਰ ਕਰਨੀ ਹੈ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਲੋਕ ਭਲਾਈ ਦੇ ਕਾਰਜ ਕਰ ਰਹੇ ਨੇ, ਸਿੱਖੀ ਦੇ ਕਾਰਜ ਕਰ ਰਹੇ ਨੇ। ਕੱਲ ਆਪਾਂ ਜਿਹੜੀ ਵਿਚਾਰ ਕਰਾਂਗੇ, ਪ੍ਰਿਥੀ ਚੰਦ ਆ ਜਿਹੜਾ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ, ਕਿਸ ਤਰ੍ਹਾਂ ਸਿੱਖੀ ਤੇ ਹਮਲਾ ਕਰਦਾ, ਕਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਦੇ ਪਰਿਵਾਰ ਤੇ ਵਾਰ ਕਰਦਾ, ਹਮਲਾ ਕਰਦਾ, ਉਹ ਆਪਾਂ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਇੰਨੀ ਵਿਚਾਰ ਕਰਿਓ ਪ੍ਰਵਾਨ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ